ओम शांति। आज सुनते हाँ 7 ਦਸੰਬਰ ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਤੁਸੀਂ ਬਹੁਤ ਸਮੇਂ ਤੋਂ ਬਾਅਦ ਫਿਰ ਤੋਂ ਬਾਪ ਨੂੰ ਆ ਕੇ ਮਿਲੇ ਹੋ, ਇਸ ਲਈ ਤੁਸੀਂ ਬਹੁਤ ਸਿਕਿਲਦੇ ਹੋ। ਪ੍ਰਸ਼ਨ ਹੈ, ਆਪਣੀ ਸਥਿਤੀ ਨੂੰ ਇਕਰਸ ਬਣਾਉਣ ਦਾ ਸਾਧਨ ਕੀ ਹੈ? ਉੱਤਰ, ਹਮੇਸ਼ਾ ਯਾਦ ਰੱਖੋ, ਜੋ ਸੈਕਿੰਡ ਪਾਸ ਹੋਇਆ ਡਰਾਮਾ ਕੱਲ ਪਹਿਲੇ ਵੀ ਐਵੇਂ ਹੋਇਆ ਸੀ। ਹੁਣ ਤਾਂ ਨਿੰਦਾ ਸਤੁਤੀ ਮਾਨ ਅਪਮਾਨ ਸਭ ਸਾਹਮਣੇ ਆਉਂਦਾ ਹੈ। ਇਸ ਲਈ ਆਪਣੀ ਸਥਿਤੀ ਨੂੰ ਇਕਰਸ ਬਣਾਉਣ ਦੇ ਲਈ ਪਾਸਟ ਦਾ ਚਿੰਤਨ ਨਾ ਕਰੋ। ਓਮ ਸ਼ਾਂਤੀ। ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾ ਰਹੇ ਨੇ। ਰੂਹਾਨੀ ਬਾਪ ਦਾ ਨਾਂ ਕੀ ਹੈ? ਸ਼ਿਵ ਬਾਬਾ। ਉਹ ਸਭ ਰੂਹਾਂ ਦਾ ਬਾਪ ਹੈ। ਸਭ ਰੂਹਾਨੀ ਬੱਚਿਆਂ ਦਾ ਨਾਂ ਕੀ ਹੈ? ਆਤਮਾ। ਜੀਵ ਦਾ ਨਾਂ ਪੈਂਦਾ ਹੈ, ਆਤਮਾ ਦਾ ਨਾਂ ਉਹੀ ਰਹਿੰਦਾ ਹੈ। ਇਹ ਵੀ ਬੱਚੇ ਜਾਣਦੇ ਨੇ। ਸਤਸੰਗ ਦਾ ਢੇਰ ਨੇ। ਇਹ ਹੈ ਸੱਚਾ ਸੱਤ ਦਾ ਸੰਗ, ਜੋ ਸੱਤ ਬਾਪ ਰਾਜਯੋਗ ਸਿਖਾ ਕੇ ਸਾਨੂੰ ਸਤਜੁਗ ਵਿੱਚ ਲੈ ਜਾਂਦੇ ਨੇ। ਐਵੇਂ ਹੋਰ ਕੋਈ ਸਤਜੰਗ ਜਾਂ ਪਾਠਸ਼ਾਲਾ ਹੋ ਨਹੀਂ ਸਕਦੀ। ਇਹ ਵੀ ਤੁਸੀਂ ਬੱਚੇ ਜਾਣਦੇ ਹੋ। ਸਾਰਾ ਸ੍ਰਿਸ਼ਟੀ ਚੱਕਰ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਤੁਸੀਂ ਬੱਚੇ ਹੀ ਸਵਦਰਸ਼ਨ ਚੱਕਰਧਾਰੀ ਹੋ। ਬਾਪ ਬੈਠ ਸਮਝਾਉਂਦੇ ਨੇ, ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਕਿਸੇ ਨੂੰ ਵੀ ਸਮਝਾਓ ਤਾਂ ਚੱਕਰ ਦੇ ਸਾਹਮਣੇ ਖੜਾ ਕਰੋ। ਹੁਣ ਤੁਸੀਂ ਇਸ ਤਰਫ ਜਾਓਗੇ। ਬਾਪ ਜੀਵ ਆਤਮਾਵਾਂ ਨੂੰ ਕਹਿੰਦੇ ਨੇ, ਆਪਣੇ ਆਪ ਨੂੰ ਆਤਮਾ ਸਮਝੋ। ਇਹ ਨਵੀਂ ਗੱਲ ਨਹੀਂ ਹੈ, ਜਾਣਦੇ ਹੋ। ਕਲਪ ਸੁਣਦੇ ਹਾਂ, ਫਿਰ ਤੋਂ ਸੁਣ ਰਹੇ ਹਾਂ। ਤੁਹਾਡੀ ਬੁੱਧੀ ਵਿੱਚ ਕੋਈ ਵੀ ਦੇਹਧਾਰੀ ਬਾਪ ਟੀਚਰ ਗੁਰੂ ਨਹੀਂ ਹੈ। ਤੁਸੀਂ ਜਾਣਦੇ ਹੋ, ਵਿਦੇਹੀ ਸ਼ਿਵ ਬਾਬਾ ਸਾਡਾ ਟੀਚਰ ਗੁਰੂ ਹੈ। ਹੋਰ ਕੋਈ ਵੀ ਸਤਸੰਗ ਆਦਿ ਵਿੱਚ ਅਜਿਹੀ ਗੱਲ ਨਹੀਂ ਕਰਦੇ ਹੋਣਗੇ। ਮਧੂਬਨ ਤਾਂ ਇੱਕ ਹੀ ਹੈ। ਉਹ ਫਿਰ ਇੱਕ ਮਧੂਬਨ ਵਰਿੰਦਾਵਨ ਵਿੱਚ ਵਿਖਾਉਂਦੇ ਨੇ। ਉਹ ਭਗਤੀ ਮਾਰਗ ਵਿੱਚ ਮਨੁੱਖਾਂ ਨੇ ਬੈਠ ਬਣਾਏ ਨੇ। ਪ੍ਰੈਕਟੀਕਲ ਮਧੂਬਨ ਤਾਂ ਇਹ ਇੱਕ ਹੀ ਹੈ, ਤੁਹਾਡੀ ਬੁੱਧੀ ਵਿੱਚ ਹੈ। ਅਸੀਂ ਸਤਜੁਗ ਤ੍ਰੇਤਾ ਤੋਂ ਲੈ ਕੇ ਪੁਨਰ ਜਨਮ ਲੈਂਦੇ ਹੁਣ ਸੰਗਮ ਤੇ ਆ ਕੇ ਖੜੇ ਹਾਂ। ਪੁਰਸ਼ੋਤਮ ਬਣਨ ਦੇ ਲਈ ਸਾਨੂੰ ਬਾਪ ਨੇ ਆ ਕੇ ਸਮ੍ਰਿਤੀ ਦਿਲਾਈ ਹੈ। 84 ਜਨਮ ਕੌਣ ਤੇ ਕਿਵੇਂ ਲੈਂਦੇ ਨੇ, ਇਹ ਵੀ ਤੁਸੀਂ ਜਾਣਦੇ ਹੋ। ਮਨੁੱਖ ਤਾਂ ਸਿਰਫ ਕਹਿ ਦਿੰਦੇ, ਸਮਝਦੇ ਕੁਝ ਨਹੀਂ। ਬਾਪ ਚੰਗੀ ਤਰ੍ਹਾਂ ਬੈਠ ਸਮਝਾਉਂਦੇ ਨੇ। ਸਤਯੁਗ ਵਿੱਚ ਸਤੋ ਪ੍ਰਧਾਨ ਆਤਮਾਵਾਂ ਸੀ। ਸਰੀਰ ਵੀ ਸਤੋ ਪ੍ਰਧਾਨ ਸੀ। ਇਸ ਸਮੇਂ ਸਤਯੁਗ ਨਹੀਂ ਹੈ, ਇਹ ਹੈ ਕਲਯੁਗ। ਗੋਲਡਨ ਏਜ ਵਿੱਚ ਅਸੀਂ ਸੀ। ਫਿਰ ਚੱਕਰ ਲਗਾ ਕੇ ਪੁਨਰ ਜਨਮ ਲੈਂਦੇ ਅਸੀਂ ਆਇਰਨ ਏਜ ਵਿੱਚ ਆ ਗਏ। ਫਿਰ ਤੋਂ ਚੱਕਰ ਜ਼ਰੂਰ ਲਗਾਉਣਾ ਹੈ। ਹੁਣ ਜਾਣਾ ਹੈ ਵਾਪਸ ਘਰ। ਤੁਸੀਂ ਸਿਕਿਲਦੇ ਬੱਚੇ ਹੋਣਾ। ਸਿਕਿਲਦੇ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਗੁੰਮ ਹੋ ਜਾਂਦੇ ਨੇ, ਫਿਰ ਬਹੁਤ ਸਮੇਂ ਤੋਂ ਬਾਅਦ ਆ ਕੇ ਮਿਲਦੇ ਨੇ। ਤੁਸੀਂ ਵੀ 5000 ਵਰ੍ਹਿਆਂ ਤੋਂ ਬਾਅਦ ਆ ਕੇ ਮਿਲੇ ਹੋ। ਤੁਸੀਂ ਬੱਚੇ ਜਾਣਦੇ ਹੋ, ਇਹ ਉਹੀ 5000 ਵਰ੍ਹੇ ਪਹਿਲੇ ਇਸ ਸ੍ਰਿਸ਼ਟੀ ਚੱਕਰ ਦਾ ਸਾਨੂੰ ਗਿਆਨ ਦਿੱਤਾ ਸੀ। ਸਵਦਰਸ਼ਨ ਚੱਕਰਧਾਰੀ ਬਣਾਇਆ ਸੀ। ਹੁਣ ਫਿਰ ਤੋਂ ਬਾਪ ਆ ਕੇ ਮਿਲੇ ਨੇ ਜਨਮ ਸਿੱਧ ਅਧਿਕਾਰ ਦੇਣ ਦੇ ਲਈ। ਇੱਥੇ ਬਾਪ ਰਿਅਲਾਈਜ਼ ਕਰਾਉਂਦੇ ਨੇ। ਇਸ ਵਿੱਚ ਆਤਮਾ ਦੇ 84 ਜਨਮਾਂ ਦੀ ਰਿਅਲਾਈਜ਼ੇਸ਼ਨ ਵੀ ਆ ਜਾਂਦੀ ਹੈ। ਇਹ ਸਭ ਬਾਪ ਬੈਠ ਸਮਝਾਉਂਦੇ ਨੇ, ਜਿਵੇਂ 5000 ਵਰ੍ਹੇ ਪਹਿਲੇ ਵੀ ਸਮਝਾਇਆ ਸੀ। ਮਨੁੱਖ ਨੂੰ ਦੇਵਤਾ ਜਾਂ ਕੰਗਾਲ ਨੂੰ ਸਰਤਾਜ ਬਣਾਉਣ ਦੇ ਲਈ ਤੁਸੀਂ ਸਮਝਦੇ ਹੋ। ਅਸੀਂ 84 ਪੁਨਰਜਨਮ ਲਿੱਤੇ ਨੇ। ਜਿਨ੍ਹਾਂ ਨੇ ਨਹੀਂ ਲਿੱਤੇ ਉਹ ਸਿੱਖਣ ਦੇ ਲਈ ਆਉਣਗੇ ਵੀ ਨਹੀਂ। ਕੋਈ ਥੋੜਾ ਸਮਝਣਗੇ। ਨੰਬਰਵਾਰ ਤਾਂ ਹੁੰਦੇ ਨੇ ਨਾ। ਆਪਣੇ ਆਪਣੇ ਘਰ ਗ੍ਰਸਤ ਵਿੱਚ ਰਹਿਣਾ ਹੈ। ਸਭ ਤਾਂ ਇੱਥੇ ਆ ਕੇ ਨਹੀਂ ਬੈਠਣਗੇ ਨਾ। ਰਿਫਰੈਸ਼ ਹੋਣ ਉਹੀ ਆਣਗੇ ਜਿਨ੍ਹਾਂ ਨੇ ਬਹੁਤ ਚੰਗੀ ਪਦਵੀ ਪਾਣੀ ਹੋਏਗੀ। ਘੱਟ ਪਦਵੀ ਪਾਉਣ ਵਾਲੇ ਜਾਸਤੀ ਪੁਰਸ਼ਾਰਥ ਵੀ ਨਹੀਂ ਕਰਨਗੇ। ਇਹ ਗਿਆਨ ਐਵੇਂ ਹੈ
थोड़ा भी पुरुषार्थ किता व्यर्थ नहीं जावेगा। सजा खा के आ ही जाणगे। पुरुषार्थ चंगा करते है तो सजा भी घट हुंदी है। याद दी यात्रा बगैर विक्रम विनाश नहीं होणगे। ये तो घड़ी घड़ी अपने आप नूं याद कराओ। कोई भी मनुख मिले पहले तो उन्हां नूं यही समझाना है, अपने आप नूं आत्मा समझो। ये नाम तो पिछे शरीर नूं मिलिया है। किसे नूं बुलाओगे शरीर दे नाम नाल ना। ऐ संगम ते बेहद दा बाप रूहानी बच्चियां नूं बुलाउंदे ने। तुसी कहोगे रूहानी बाप आया है। बाप कहणगे रूहानी बच्चे पहले रो फिर बच्चियां दा नाम लैंदे ने। रूहानी बच्चिओ तुसी समझदे हो रूहानी बाप की समझाउंदे ने? तुहाडी बुद्धि जानती है। शिव बाबा इस भागी रथ विच विराजमान है। सानू वो सहज राजयोग सिखा रहे ने। होर कोई मनुख मात्र नहीं जिस विच बाप आके राजयोग सिखान। वो बाप आंदे ने पुरुषोत्तम संगम युग ते। होर कोई भी मनुख कदे एवें कह ना सके, समझा ना सके। ये भी तुसी जानते हो। ये सिक्ख्या कोई इस बाप दी नहीं है। इन्हां नूं तां पता ही नहीं सी कि कलयुग खत्म हो सतयुग आना है। इन्हां दा हुण कोई देहधारी गुरु नहीं है। होर तां सब मनुख मात्र कहणगे साडा तां फलाना गुरु है, फलाना ज्योति जोत समाया। सब दे देहधारी गुरु है। धर्म स्थापक भी देहधारी ने। ये धर्म किसने स्थापन किया? परम पिता परमात्मा त्रिमूर्ति शिव बाबा ने ब्रह्मा द्वारा स्थापन किया है। इन्हां दे शरीर का नाम ब्रह्मा है। क्रिश्चियन लोग कहणगे क्राइस्ट ने यह धर्म स्थापन किया। वो तो देहधारी है, चित्र भी है। इस धर्म दे स्थापक दे की चित्र विखाओगे? शिव दा की विखाओगे? शिव दे चित्र भी कोई वड्डे कोई छोटे बनाउंदे ने। ता है तो वो बिंदी ही। नाम रूप भी है पर अव्यक्त है। इन्हां अखां नाल वेख नहीं सकदे। शिव बाबा तुसी बच्चियां नूं राज भाग दे के गए ने, ताही तो उन्हां नूं याद करदे ने। शिव बाबा कहंदे ने मन मना भव मैनू एक बाप नूं याद करो। होर किसे दी स्तुति नहीं करनी। आत्मा दी बुद्धि विच कोई देहधारी याद ना आवे। ये चंगी रीति समझण दीयां गल्लां ने। सानू शिव बाबा पढ़ाउंदे ने सारा दिन ये रिपीट करते रहो। शिव भगवान वाच पहले पहले तां अलफ ही समझना पवे। जेकर ये पक्का नहीं किता बेद दस्या तां कुछ भी बुद्धि विच बैठेगा नहीं। कोई कह देंदे ये गल तां राइट है, कोई कहंदे इस नूं समझण विच सानू टाइम चाहिदा है, कोई कहंदे ने विचार करांगे। किस्म किस्म दे आउंदे रहिंदे ने। यह है नवीं गल। परम पिता परमात्मा शिव आत्मावां नूं बैठ पढ़ाउंदे ने। विचार चलदा है की करिए जो मनुक्खां नूं ये गल समझ विच आ जावे कि शिव ही ज्ञान दा सागर है। आत्मा नूं ज्ञान दा सागर किवें कहांगे? जिस नूं शरीर नहीं ज्ञान दा सागर वही है। तां जरूर उसने कदे आके ज्ञान सुनाया है, ताही उन्हां नूं ज्ञान सागर कहंदे ने। एवें क्यों कहांगे? कोई बहुत पढ़दे ने तां कहा जांदा है ना कि बहुत सारे वेद शास्त्र पढ़े हुए ने, इसलिए शास्त्री ते विद्वान कहा जाता है। जरूर वो होके गए ने ना। तब पहले तो यही पूछना चाहिए है कि हुण कलयुग है या सतयुग, नवी दुनिया है या पुरानी दुनिया। एम ऑब्जेक्ट तो तुहाडे सामने खड़िया है। ये लक्ष्मी नारायण जेकर हुंदे तो उन्हां दा राज भी हुंदा। ये पुरानी दुनिया कंगालपना ना हुंदा। हुण तां सिर्फ इन्हां दे चित्र ने मंदिर विच मॉडल विखाउंदे ने, नहीं तो उन्हां दे महल बगीचे भी किन्ने वड्डे वड्डे होणगे। सिर्फ मंदिरां विच थोड़ी रहिंदे होणगे। प्रेजिडेंट दा मकान किड्डा वड्डा है। देवी देवतावां दे किड्डे वड्डे वड्डे महल होणगे जिन्हां विचों रहिंदे होणगे। बहुत जगह होवेगी ना, उत्थे डरन दी कोई गल नहीं हुंदी। हमेशा फुलवाड़ी रहिंदी है,
ਕੰਡੇ ਨਹੀਂ ਹੁੰਦੇ, ਉਹ ਹੈ ਬਗੀਚਾ। ਉੱਥੇ ਤਾਂ ਲੱਕੜਾਂ ਵੀ ਨਹੀਂ ਜਲਾਉਂਦੇ। ਲੱਕੜਾਂ ਦਾ ਧੂਆਂ ਹੁੰਦਾ ਹੈ ਤਾਂ ਦੁੱਖ ਫੀਲ ਹੁੰਦਾ ਹੈ। ਉੱਥੇ ਅਸੀਂ ਬਹੁਤ ਥੋੜੇ ਟੁਕੜੇ ਵਿੱਚ ਰਹਿੰਦੇ ਹਾਂ। ਪਿੱਛੇ ਵਰਿੱਧੀ ਨੂੰ ਪਾਉਂਦੇ ਜਾਂਦੇ ਹਾਂ। ਬਹੁਤ ਚੰਗੇ ਚੰਗੇ ਬਗੀਚੇ ਹੋਣਗੇ, ਖੁਸ਼ਬੂ ਆਉਂਦੀ ਰਹੇਗੀ, ਜੰਗਲ ਹੋਵੇਗਾ ਹੀ ਨਹੀਂ। ਹੁਣ ਫੀਲਿੰਗ ਆਉਂਦੀ ਹੈ। ਵੇਖਦੇ ਤਾਂ ਨਹੀਂ, ਤੁਸੀਂ ਧਿਆਨ ਵਿੱਚ ਵੱਡੇ ਵੱਡੇ ਮਹਿਲ ਆਦਿ ਵੇਖ ਆਂਦੇ ਹੋ, ਉਹ ਤਾਂ ਇੱਥੇ ਬਣਾ ਨਹੀਂ ਸਕਦੇ। ਸਾਖਸ਼ਾਤਕਾਰ ਹੋਇਆ ਫਿਰ ਗੁੰਮ ਹੋ ਜਾਏਗਾ। ਸਾਖਸ਼ਾਤਕਾਰ ਤਾਂ ਕੀਤਾ ਹੋਇਆ ਹੈ ਨਾ। ਰਾਜੇ, ਪ੍ਰਿੰਸ, ਪ੍ਰਿੰਸੈਸ ਹੋਣਗੇ। ਬਹੁਤ ਰਮਣੀਕ ਸਵਰਗ ਹੋਵੇਗਾ। ਜਿਵੇਂ ਇੱਥੇ ਮੈਸੂਰ ਆਦਿ ਰਮਣੀਕ ਹੈ, ਐਵੇਂ ਉੱਥੇ ਬਹੁਤ ਚੰਗੀਆਂ ਹਵਾਵਾਂ ਲੱਗਦੀਆਂ ਰਹਿਣਗੀਆਂ, ਪਾਣੀ ਦੇ ਝਰਨੇ ਵਹਿੰਦੇ ਰਹਿਣਗੇ। ਆਤਮਾ ਸਮਝਦੀ ਹੈ ਅਸੀਂ ਚੰਗੀਆਂ ਚੰਗੀਆਂ ਚੀਜ਼ਾਂ ਬਣਾਏ। ਆਤਮਾ ਨੂੰ ਸਵਰਗ ਤਾਂ ਯਾਦ ਆਉਂਦਾ ਹੈ ਨਾ। ਤੁਸੀਂ ਬੱਚਿਆਂ ਨੂੰ ਰਿਅਲਾਈਜ਼ ਹੁੰਦਾ ਹੈ ਕੀ ਹੋਵੇਗਾ, ਕਿੱਥੇ ਅਸੀਂ ਰਹਿੰਦੇ ਹੋਵਾਂਗੇ। ਇਸ ਸਮੇਂ ਇਹ ਸਮ੍ਰਿਤੀ ਰਹਿੰਦੀ ਹੈ। ਚਿੱਤਰਾਂ ਨੂੰ ਵੇਖੋ, ਤੁਸੀਂ ਕਿੰਨੇ ਖੁਸ਼ ਨਸੀਬ ਹੋ। ਉੱਥੇ ਦੁੱਖ ਦੀ ਕੋਈ ਗੱਲ ਨਹੀਂ ਹੋਵੇਗੀ। ਅਸੀਂ ਤਾਂ ਸਵਰਗ ਵਿੱਚ ਸੀ, ਫਿਰ ਥੱਲੇ ਉਤਰੇ, ਹੁਣ ਫਿਰ ਸਵਰਗ ਵਿੱਚ ਜਾਣਾ ਹੈ। ਕਿਵੇਂ ਜਾਈਏ? ਰੱਸੀ ਵਿੱਚ ਲਟਕ ਕੇ ਜਾਵਾਂਗੇ ਕਿ? ਅਸੀਂ ਆਤਮਾ ਤਾਂ ਰਹਿਣ ਵਾਲੀਆਂ ਹਾਂ ਸ਼ਾਂਤੀ ਧਾਮ ਦੀਆਂ। ਬਾਪ ਨੇ ਸਮ੍ਰਿਤੀ ਦਿਲਾਈ ਹੈ। ਹੁਣ ਤੁਸੀਂ ਫਿਰ ਦੇਵਤਾ ਬਣ ਰਹੇ ਹੋ, ਦੂਜਿਆਂ ਨੂੰ ਵੀ ਬਣਾ ਰਹੇ ਹੋ। ਕਿੰਨੇ ਘਰ ਬੈਠੇ ਵੀ ਸਾਖਸ਼ਾਤਕਾਰ ਕਰਦੇ ਰਹਿੰਦੇ ਨੇ। ਬਾਂਧੇਲੀਆਂ ਨੇ ਕਦੇ ਵੇਖਿਆ ਥੋੜੀ ਹੈ ਕਿਵੇਂ ਆਤਮਾ ਨੂੰ ਉਛਲ ਆਂਦੀ ਹੈ। ਆਪਣਾ ਘਰ ਨਜ਼ਦੀਕ ਆਉਣ ਕਾਰਨ ਆਤਮਾ ਨੂੰ ਖੁਸ਼ੀ ਹੁੰਦੀ ਹੈ। ਸਮਝਦੇ ਨੇ ਬਾਬਾ ਸਾਨੂੰ ਗਿਆਨ ਦੇ ਕੇ ਸ਼ਿੰਗਾਰਨ ਆਏ ਨੇ। ਆਖਰੀ ਇੱਕ ਦਿਨ ਅਖਬਾਰਾਂ ਵਿੱਚ ਵੀ ਪਵੇਗਾ। ਹੁਣ ਤਾਂ ਸਤੁਤੀ, ਨਿੰਦਾ, ਮਾਨ ਅਪਮਾਨ ਸਭ ਸਾਹਮਣੇ ਆਉਂਦਾ ਹੈ। ਜਾਣਦੇ ਨੇ ਕਲਪ ਪਹਿਲੇ ਵੀ ਐਵੇਂ ਹੋਇਆ ਸੀ। ਜੋ ਸੈਕਿੰਡ ਪਾਸ ਹੋ ਗਿਆ ਉਸ ਦਾ ਚਿੰਤਨ ਨਹੀਂ ਕਰਨਾ। ਨਾਮ ਤੇ ਹੋ ਗਿਆ ਨਾ। ਅਖਬਾਰਾਂ ਵਿੱਚ ਕਲਪ ਪਹਿਲੇ ਵੀ ਐਵੇਂ ਪਿਆ ਸੀ, ਫਿਰ ਪੁਰਸ਼ਾਰਥ ਕੀਤਾ, ਹਗਾਮਾ ਜੋ ਹੋਇਆ ਸੋ ਹੋ ਗਿਆ। ਨਾਮ ਤੇ ਹੋ ਗਿਆ ਨਾ। ਫਿਰ ਤੁਸੀਂ ਰਿਸਪੌਂਸ ਕਰਦੇ ਹੋ। ਕੋਈ ਪੜ੍ਹਦੇ ਨੇ, ਕੋਈ ਨਹੀਂ ਪੜ੍ਹਦੇ। ਫੁਰਸਤ ਨਹੀਂ ਮਿਲਦੀ, ਹੋਰ ਕੰਮਾਂ ਵਿੱਚ ਲੱਗ ਜਾਂਦੇ ਨੇ। ਹੁਣ ਤੁਹਾਡੀ ਬੁੱਧੀ ਵਿੱਚ ਹੈ। ਇਹ ਬੇਹੱਦ ਦਾ ਡਰਾਮਾ ਹੈ। ਟਿਕ ਟਿਕ ਚਲਦੀ ਰਹਿੰਦੀ ਹੈ, ਚੱਕਰ ਫਿਰਦਾ ਰਹਿੰਦਾ ਹੈ। ਸੈਕਿੰਡ ਵਿੱਚ ਜੋ ਪਾਸ ਹੋਇਆ ਉਹ 5000 ਵਰ੍ਹੇ ਬਾਅਦ ਰਿਪੀਟ ਹੋਵੇਗਾ। ਜੋ ਹੋ ਗਿਆ ਸੈਕਿੰਡ ਬਾਅਦ ਖਿਆਲ ਵਿੱਚ ਆਂਦਾ ਹੈ ਇਹ ਭੁੱਲ ਹੋ ਗਈ, ਡਰਾਮਾ ਵਿੱਚ ਨੂੰਦ ਗਿਆ। ਪਹਿਲੇ ਹੀ ਅਜਿਹੀ ਭੁੱਲ ਹੋਈ ਸੀ, ਪਾਸਟ ਹੋ ਗਈ। ਹੁਣ ਫਿਰ ਅੱਗੇ ਦੇ ਲਈ ਨਹੀਂ ਕਰਾਂਗੇ। ਪੁਰਸ਼ਾਰਥ ਕਰਦੇ ਰਹਿੰਦੇ ਨੇ। ਤੁਹਾਨੂੰ ਸਮਝਾਇਆ ਜਾਂਦਾ ਹੈ ਵਾਰ-ਵਾਰ ਇਹ ਭੁੱਲ ਚੰਗੀ ਨਹੀਂ, ਇਹ ਕਰਮ ਚੰਗਾ ਨਹੀਂ। ਦਿਲ ਖਾਂਦੀ ਰਹੇਗੀ ਸਾਡੇ ਤੋਂ ਇਹ ਖਰਾਬ ਕੰਮ ਹੋਇਆ। ਬਾਪ ਸਮਝਾਉਣੀ ਦਿੰਦੇ ਨੇ ਐਵੇਂ ਨਾ ਕਰੋ, ਕਿਸੇ ਨੂੰ ਦੁੱਖ ਹੋਵੇਗਾ, ਮਨਾ ਕੀਤੀ ਜਾਂਦੀ ਹੈ। ਬਾਪ ਦੱਸ ਦਿੰਦੇ ਨੇ ਇਹ ਕੰਮ ਨਹੀਂ ਕਰਨਾ। ਬਿਨਾਂ ਪੁੱਛੇ ਚੀਜ਼ ਚੁੱਕੀ ਉਸਨੂੰ ਚੋਰੀ ਕਿਹਾ ਜਾਂਦਾ ਹੈ। ਅਜਿਹਾ ਕੰਮ ਨਾ ਕਰੋ, ਕੜਵਾ ਨਾ ਬੋਲੋ। ਅੱਜ ਕੱਲ ਦੁਨੀਆ ਵੇਖੋ ਕਿਵੇਂ ਦੀ ਹੈ। ਕਿਸੇ ਨੌਕਰ ਤੇ ਗੁੱਸਾ ਕੀਤਾ, ਉਹ ਵੀ ਦੁਸ਼ਮਣੀ ਕਰਨ ਲੱਗ ਜਾਂਦੇ ਨੇ। ਉੱਥੇ ਤਾਂ ਸ਼ੇਰ ਬੱਕਰੀ ਆਪਸ ਵਿੱਚ ਖੀਰਖੰਡ ਰਹਿੰਦੇ ਨੇ। ਲੂਣ ਪਾਣੀ ਤੇ ਖੀਰਖੰਡ। ਸਤਜੁਗ ਵਿੱਚ ਸਭ ਆਤਮਾਵਾਂ ਆਪਸ ਵਿੱਚ ਖੀਰਖੰਡ ਰਹਿੰਦੀਆਂ ਨੇ। ਇਸ ਰਾਵਣ ਦੀ ਦੁਨੀਆ ਵਿੱਚ ਸਭ ਮਨੁੱਖ ਲੂਣ ਪਾਣੀ ਨੇ। ਬਾਪ ਬੱਚਾ ਵੀ ਲੂਣ ਪਾਣੀ ਹੋ ਜਾਂਦਾ ਹੈ। ਕਾਮ ਮਹਾ ਸ਼ਤਰੂ ਹੈ ਨਾ। ਕਾਮ ਕਟਾਰੀ ਚਲਾ, ਇੱਕ ਦੂਜੇ ਨੂੰ ਦੁੱਖ ਦਿੰਦੇ ਨੇ। ਇਹ ਸਾਰੀ ਦੁਨੀਆ ਲੂਣ ਪਾਣੀ ਹੈ। ਸਤਜੁਗੀ ਦੁਨੀਆ ਖੀਰਖੰਡ ਹੈ। ਇਹਨਾਂ ਗੱਲਾਂ ਨੂੰ ਦੁਨੀਆ ਕੀ ਜਾਣੇ। ਮਨੁੱਖ ਤਾਂ ਸਵਰਗ ਨੂੰ ਵੀ ਲੱਖਾਂ ਵਰੇ ਕਹਿ ਦਿੰਦੇ, ਕੋਈ ਗੱਲ ਬੁੱਧੀ ਵਿੱਚ ਆ ਨਹੀਂ ਸਕਦੀ। ਜੋ ਦੇਵਤਾ ਨੇ ਉਹਨਾਂ ਨੂੰ ਹੀ ਬੁੱਧੀ ਵਿੱਚ ਆਉਂਦਾ ਹੈ। ਤੁਸੀਂ ਜਾਣਦੇ ਹੋ ਇਹ ਦੇਵਤਾ ਸਤਜੁਗ ਵਿੱਚ ਸੀ। ਜਿਨ੍ਹਾਂ ਨੇ 84 ਜਨਮ ਲਏ ਉਹੀ ਫਿਰ ਤੋਂ ਆ ਕੇ ਪੜਨਗੇ, ਕੰਡਿਆਂ ਤੋਂ ਫੁੱਲ ਬਣਨਗੇ। ਇਹ ਬਾਪ ਦੀ ਇੱਕ ਹੀ ਯੂਨੀਵਰਸਿਟੀ ਹੈ। ਇਸ ਦੀਆਂ ਬ੍ਰਾਂਚਸ ਨਿਕਲਦੀਆਂ ਰਹਿੰਦੀਆਂ ਨੇ। ਖੁਦਾ ਜਦੋਂ ਆਵੇਗਾ ਤਾਂ ਹੀ ਉਹਨਾਂ ਦੇ ਖਿਦਮਤਗਾਰ ਬਣਾਂਗੇ।
ਜਿਨ੍ਹਾਂ ਦੇ ਦੁਆਰਾ ਖੁਦ ਖੁਦਾ ਰਾਜਾਈ ਸਥਾਪਨ ਕਰਨਗੇ। ਤੁਸੀਂ ਸਮਝਦੇ ਹੋ ਅਸੀਂ ਖੁਦਾਈ ਖਿਦਮਤਗਾਰ ਹਾਂ। ਉਹ ਜਿਸਮਾਨੀ ਖਿਦਮਤ ਕਰਦੇ ਨੇ, ਇਹ ਰੂਹਾਨੀ। ਬਾਬਾ ਸਾਨੂੰ ਆਤਮਾਵਾਂ ਨੂੰ ਰੂਹਾਨੀ ਸਰਵਿਸ ਸਿਖਾ ਰਹੇ ਨੇ ਕਿਉਂਕਿ ਰੂਹ ਹੀ ਤਮੋ ਪ੍ਰਧਾਨ ਬਣ ਗਈ ਹੈ। ਫਿਰ ਬਾਬਾ ਸਤੋ ਪ੍ਰਧਾਨ ਬਣਾ ਰਹੇ ਨੇ। ਬਾਬਾ ਕਹਿੰਦੇ ਨੇ ਮਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਇਹ ਯੋਗ ਅਗਨੀ ਹੈ। ਭਾਰਤ ਦਾ ਪ੍ਰਾਚੀਨ ਯੋਗ ਗਾਇਆ ਹੋਇਆ ਹੈ ਨਾ। ਆਰਟੀਫਿਸ਼ੀਅਲ ਯੋਗ ਤਾਂ ਬਹੁਤ ਹੋ ਗਏ ਨੇ। ਇਸ ਲਈ ਬਾਬਾ ਕਹਿੰਦੇ ਨੇ ਯਾਦ ਦੀ ਯਾਤਰਾ ਕਹਿਣਾ ਠੀਕ ਹੈ। ਸ਼ਿਵ ਬਾਬਾ ਨੂੰ ਯਾਦ ਕਰਦੇ ਕਰਦੇ ਤੁਸੀਂ ਸ਼ਿਵਪੁਰੀ ਵਿੱਚ ਚਲੇ ਜਾਓਗੇ। ਉਹ ਹੈ ਸ਼ਿਵਪੁਰੀ, ਉਹ ਹੈ ਵਿਸ਼ਨੂਪੁਰੀ, ਇਹ ਹੈ ਰਾਵਣਪੁਰੀ। ਵਿਸ਼ਨੂਪੁਰੀ ਦੇ ਪਿੱਛੇ ਹੈ ਰਾਮਪੁਰੀ। ਸੂਰਜਵੰਸ਼ੀ ਤੋਂ ਬਾਅਦ ਚੰਦਰਵੰਸ਼ੀ ਨੇ। ਇਹ ਤਾਂ ਕੋਮਨ ਗੱਲ ਹੈ। ਅੱਧਾ ਕਲਪ ਸਤਜੁਗ ਤ੍ਰੇਤਾ, ਅੱਧਾ ਕਲਪ ਦੁਆਪਰ ਕਲਯੁਗ। ਹੁਣ ਤੁਸੀਂ ਸੰਗਮ ਤੇ ਹੋ। ਇਹ ਵੀ ਸਿਰਫ ਤੁਸੀਂ ਜਾਣਦੇ ਹੋ। ਜੋ ਚੰਗੀ ਤਰ੍ਹਾਂ ਧਾਰਨਾ ਕਰਦੇ ਨੇ ਉਹ ਦੂਜਿਆਂ ਨੂੰ ਵੀ ਸਮਝਾਉਂਦੇ ਨੇ। ਤੁਸੀਂ ਪੁਰਸ਼ੋਤਮ ਸੰਗਮ ਯੁਗ ਤੇ ਹੋ। ਇਹ ਕਿਸੇ ਦੀ ਬੁੱਧੀ ਵਿੱਚ ਯਾਦ ਰਹੇ ਤਾਂ ਸਾਰਾ ਡਰਾਮਾ ਬੁੱਧੀ ਵਿੱਚ ਆ ਜਾਵੇ। ਪਰ ਕਲਯੁਗੀ ਦੇ ਸੰਬੰਧੀ ਆਦਿ ਸਭ ਯਾਦ ਆਉਂਦੇ ਰਹਿੰਦੇ ਨੇ। ਬਾਪ ਕਹਿੰਦੇ ਨੇ ਤੁਸੀਂ ਯਾਦ ਕਰਨਾ ਹੈ ਸਿਰਫ ਇੱਕ ਬਾਪ ਨੂੰ, ਸਰਵ ਦਾ ਸਦਗਤੀ ਦਾਤਾ, ਰਾਜਯੋਗ ਸਿਖਾਉਣ ਵਾਲਾ ਇੱਕ ਹੀ ਹੈ। ਇਸ ਲਈ ਬਾਬਾ ਨੇ ਸਮਝਾਇਆ ਸ਼ਿਵ ਬਾਬਾ ਦੀ ਜਯੰਤੀ ਹੈ ਜੋ ਸਾਰੀ ਦੁਨੀਆ ਨੂੰ ਪਲਟਾਉਂਦੇ ਨੇ। ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਹੁਣ ਤੁਸੀਂ ਪੁਰਸ਼ੋਤਮ ਸੰਗਮ ਯੁਗ ਤੇ ਹੋ। ਜੋ ਬ੍ਰਾਹਮਣ ਨੇ ਉਹਨਾਂ ਨੂੰ ਹੀ ਰਚਤਾ ਤੇ ਰਚਨਾ ਦਾ ਗਿਆਨ ਬੁੱਧੀ ਵਿੱਚ ਹੈ। ਅੱਛਾ ਮਿੱਠੇ ਮਿੱਠੇ ਸਿੱਕਿਲਤ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ ਕੋਈ ਵੀ ਅਜਿਹਾ ਕਰਮ ਨਹੀਂ ਕਰਨਾ ਜਿਸ ਨਾਲ ਕਿਸੇ ਨੂੰ ਦੁੱਖ ਹੋਵੇ। ਕੋੜੇ ਬੋਲ ਨਹੀਂ ਬੋਲਣੇ। ਬਹੁਤ ਬਹੁਤ ਖੀਰ ਖੰਡ ਹੋ ਕੇ ਰਹਿਣਾ ਹੈ। ਦੂਜਾ ਕਿਸੇ ਵੀ ਦੇਹਧਾਰੀ ਦੀ ਸਤੁਤੀ ਨਹੀਂ ਕਰਨੀ। ਬੁੱਧੀ ਵਿੱਚ ਸਦਾ ਰਹੇ ਸਾਨੂੰ ਸ਼ਿਵ ਬਾਬਾ ਪੜ੍ਹਾਉਂਦੇ ਨੇ। ਉਸ ਇੱਕ ਦੀ ਮਹਿਮਾ ਕਰਨੀ ਹੈ। ਰੂਹਾਨੀ ਖਿਦਮਤਗਾਰ ਬਣਨਾ ਹੈ। ਵਰਦਾਨ ਹੈ ਸਾਰਿਆਂ ਦੇ ਗੁਣ ਵੇਖਦੇ ਹੋਏ ਖੁਦ ਵਿੱਚ ਬਾਪ ਦੇ ਗੁਣ ਧਾਰਨ ਕਰਨ ਵਾਲੇ ਗੁਣ ਮੂਰਤ ਭਵ। ਸਾਰਿਆਂ ਦੇ ਗੁਣ ਵੇਖਦੇ ਹੋਏ ਖੁਦ ਵਿੱਚ ਬਾਪ ਦੇ ਗੁਣ ਧਾਰਨ ਕਰਨ ਵਾਲੇ ਗੁਣ ਮੂਰਤ ਭਵ। ਸੰਗਮ ਯੁਗ ਤੇ ਜਿਹੜੇ ਬੱਚੇ ਗੁਣਾਂ ਦੀ ਮਾਲਾ ਧਾਰਨ ਕਰਦੇ ਨੇ ਉਹੀ ਵਿਜੇ ਮਾਲਾ ਵਿੱਚ ਆਉਂਦੇ ਨੇ। ਇਸ ਲਈ ਹੋਲੀ ਹੰਸ ਬਣ ਸਾਰਿਆਂ ਦੇ ਗੁਣਾਂ ਨੂੰ ਵੇਖੋ। ਇੱਕ ਬਾਪ ਦੇ ਗੁਣਾਂ ਨੂੰ ਆਪਣੇ ਵਿੱਚ ਧਾਰਨ ਕਰੋ। ਇਹ ਗੁਣ ਮਾਲਾ ਸਭ ਦੇ ਗਲੇ ਵਿੱਚ ਪਈ ਹੋਈ ਹੋਵੇ। ਜੋ ਜਿੰਨਾ ਬਾਪ ਦੇ ਗੁਣ ਆਪਣੇ ਵਿੱਚ ਧਾਰਨ ਕਰਦੇ ਨੇ ਉਹਨਾਂ ਦੇ ਗਲੇ ਵਿੱਚ ਓਨੀ ਵੱਡੀ ਮਾਲਾ ਪੈਂਦੀ ਹੈ। ਗੁਣ ਮਾਲਾ ਨੂੰ ਸਿਮਰਨ ਕਰਨ ਨਾਲ ਖੁਦ ਵੀ ਗੁਣ ਮੂਰਤ ਬਣ ਜਾਂਦੇ ਨੇ। ਐਸੇ ਦੀ ਯਾਦਗਾਰ ਦੇਵਤਾਵਾਂ ਤੇ ਸ਼ਕਤੀਆਂ ਦੇ ਗਲੇ ਵਿੱਚ ਮਾਲਾ ਵਿਖਾਉਂਦੇ ਨੇ। ਸਲੋਗਨ ਹੈ ਸਾਖਸ਼ੀਪਨ ਦੀ ਸਥਿਤੀ ਹੀ ਅਸਲ ਨਿਰਣੇ ਦਾ ਤਖਤ ਹੈ। ਸਾਖਸ਼ੀਪਨ ਦੀ ਸਥਿਤੀ ਹੀ ਅਸਲ ਨਿਰਣੇ ਦਾ ਤਖਤ ਹੈ। ਅੱਛਾ ਓਮ ਸ਼ਾਂਤੀ।